ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਘਟਨਾ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਸੁਣਾਈ ਹੈ, ਜੋ ਕਿ ਉਹਨਾਂ ਦੇ ਅੱਖੀ ਡਿੱਠੀ ਇਹ ਘਟਨਾ ਹੈ। ਉਹ ਦੱਸਦੇ ਹਨ ਕਿ ਤਖਤਗੜ੍ਹ ਸ੍ਰੀ ਕੇਸਗੜ੍ਹ ਸਾਹਿਬ ਤੋਂ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਕਾਫੀ ਸਮਾਂ ਤਖਤ ਸਾਹਿਬ ਦੀ ਸੇਵਾ ਨਿਭਾਈ ਹੈ ਤੇ ਕਾਰ ਸੇਵਾ ਦੇ ਲਈ ਉਹ ਗੁਰਾਹੀ ਕਰਨ ਵਾਸਤੇ ਵੱਖ-ਵੱਖ ਪਿੰਡਾਂ ਦੇ ਵਿੱਚ ਰੋਜ਼ਾਨਾ ਖੁਦ ਜਾਇਆ ਕਰਦੇ ਸੀ। ਪਰ ਇੱਕ ਪਿੰਡ ਵਿੱਚ ਜਿੱਥੇ ਉਹ ਸਾਰੀ ਉਮਰ ਜਾਂਦੇ ਰਹੇ, ਉਸ ਪਿੰਡ ਦੇ ਵਿੱਚ ਜਾ ਕੇ ਰੋਜ਼ਾਨਾ ਉਹਨਾਂ ਨੇ ਗੁਰਾਹੀ ਕਰਨੀ, ਗੱਡੀ ਦੇ ਵਿੱਚ ਸਿੰਘਾਂ ਦੇ ਨਾਲ ਜਾਣਾ ਤੇ ਗੁਰਦੁਆਰੇ ਸਾਹਿਬ ਦੇ ਗ੍ਰੰਥੀ ਨੂੰ ਜਾ ਕੇ ਇਹ ਬੇਨਤੀ ਕਰਨੀ ਕਿ ਪਿੰਡ ਦੇ ਵਿੱਚ ਅਨਾਉਂਸਮੈਂਟ ਕਰ ਦਿਓ ਕਿ ਕਾਰ ਸੇਵਾ ਵਾਲਿਆਂ ਦੀ ਗੱਡੀ ਪਿੰਡ ਦੇ ਵਿੱਚ ਆ ਚੁੱਕੀ ਹੈ ਤੇ ਸੇਵਾ ਤਿਆਰ ਕਰ ਲੈਣ। ਤੇ ਆਪ ਪਹਿਲਾਂ ਪਿੰਡ ਦੇ ਵਸਨੀਕ ਭਾਈ ਗੁਰਮੁਖ ਸਿੰਘ ਤੇ ਮਾਤਾ ਕਰਮ ਕੌਰ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਜਾਂਦੇ ਸੀ। ਸਭ ਤੋਂ ਪਹਿਲਾਂ ਉਸੇ ਗੁਰਮੁਖ ਸਿੰਘ ਦੇ ਮਾਤਾ ਕਰਮ ਕੌਰ ਦੇ ਘਰ ਪ੍ਰਸ਼ਾਦਾ ਛਕਦੇ ਤੇ ਫਿਰ ਗੁਰਮੁਖ ਸਿੰਘ ਨੂੰ ਨਾਲ ਲੈ ਕੇ ਪਿੰਡ ਦੇ ਵਿੱਚ ਉਹ ਗਰਾਹੀ ਕਰਦੇ ਸੀ। ਲੱਸੇ ਦੇ ਨਾਲ ਪ੍ਰਸ਼ਾਦਾ ਛਕ ਕੇ ਉਹਨਾਂ ਨੇ ਕਹਿਣਾ ਕਿ ਉੱਠ ਗੁਰਮੁਖ ਸਿੰਘ ਸੇਵਾ ਕਰੀਏ। ਗੁਰਮੁਖ ਸਿੰਘ ਨੇ ਆਪਣੇ ਪਿੰਡ ਦੇ 3-4 ਹੋਰਨਾਂ ਪਿੰਡਾਂ ਦੇ ਵਿੱਚ ਉਹ ਗਰਾਹੀ ਕਰਵਾਉਣੀ। ਇਹ ਸੇਵਾ ਗੁਰਮੁਖ ਸਿੰਘ ਪਿਛਲੇ 18 ਸਾਲਾਂ ਤੋਂ ਇੰਜ ਹੀ ਬਾਬਾ ਸੇਵਾ ਸਿੰਘ ਜੀ ਦੇ ਨਾਲ ਕਰਵਾਉਂਦੇ ਆ ਰਹੇ ਸੀ। ਦੱਸਿਆ ਜਾਂਦਾ ਹੈ ਕਿ ਗੁਰਮੁਖ ਸਿੰਘ ਦੇ ਘਰ 6 ਲੜਕੀਆਂ ਸਨ, ਪਰ ਲੜਕਾ ਕੋਈ ਵੀ ਨਹੀਂ। 18 ਸਾਲਾਂ ਤੋਂ ਨਿਤ ਬਾਬਾ ਜੀ ਪ੍ਰਸ਼ਾਦਾ ਛਕਦੇ ਸੀ। ਨਾ ਤਾਂ ਕਦੇ ਪਰਿਵਾਰ ਨੇ ਇਹ ਕਿਹਾ ਸਾਡੇ ਘਰ ਪੁੱਤਰ ਦੀ ਦਾਤ ਲਈ ਅਰਦਾਸ ਕਰ ਦਿਓ ਤੇ ਨਾ ਹੀ ਬਾਬਾ ਜੀ ਨੇ ਕਦੇ ਇਹ ਅਰਦਾਸ ਕੀਤੀ। ਪ੍ਰਸ਼ਾਦੇ ਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਉਹ ਉੱਠ ਕੇ ਚਲੇ ਜਾਂਦੇ ਤੇ ਉਹ ਗਰਾਹੀ ਕਰਨ ਵਾਸਤੇ ਨਿਕਲ ਜਾਂਦੇ। 18 ਸਾਲਾਂ ਦੇ ਵਿੱਚ ਕਰਮ ਕੌਰ ਨੇ ਇੱਕ ਵਾਰ ਵੀ ਪੁੱਤਰ ਦੀ ਦਾਤ ਨਹੀਂ ਮੰਗੀ ਤੇ ਨਾ ਹੀ ਅਰਦਾਸ ਕਰਵਾਈ। ਸੋ ਸਮਾਂ ਲੰਘਿਆ, 6 ਧੀਆਂ ਦੇ ਵਿੱਚੋਂ 2 ਧੀਆਂ ਜਵਾਨ ਹੋਈਆਂ। ਗੁਰਮੁਖ ਨੇ ਸੋਚਿਆ ਕਿ 6 ਧੀਆਂ ਹਨ, 2-2 ਕਰਕੇ ਵਿਆਵਾਂਗਾ ਤਾਂ ਹੀ ਸਿਰ ਤੋਂ ਭਾਰ ਉਤਰੇਗਾ, ਨਹੀਂ ਤਾਂ 6 ਧੀਆਂ ਵਿਆਹੁਣੀਆਂ ਕਿੰਨੀਆਂ ਔਖੀਆਂ ਹਨ ਆਪਾਂ ਸਭ ਨੂੰ ਪਤਾ ਹੈ। ਸੋ ਇਹ ਸੋਚ ਕੇ ਉਸਨੇ ਆਪਣੀ 6 ਧੀਆਂ ਚੋਂ 2 ਧੀਆਂ ਦਾ ਜੋ ਜਵਾਨ ਹੋ ਚੁੱਕੀਆਂ ਸੀ ਉਹਨਾਂ ਦੇ ਲਈ ਯੋਗ ਵਰ ਲੱਭ ਕੇ ਉਹਨਾਂ ਦਾ ਆਨੰਦ ਕਾਰਜ ਕਰਾ ਦਿੱਤਾ। ਘਰ ਵਧੀਆ ਮਿਲ ਗਿਆ ਤੇ ਧੀਆਂ ਵੀ ਖੁਸ਼ ਸਨ। ਤੇ ਫਿਰ 2 ਧੀਆਂ ਹੋਰ ਜਵਾਨ ਹੋਣ ਵਾਲੀਆਂ ਸੀ ਤੇ ਉਹਨਾਂ ਦਾ ਵੀ ਕਾਰਜ ਕਰਨ ਵਾਸਤੇ ਗੁਰਮੁਖ ਸਿੰਘ ਹਾਲੇ ਸੋਚ ਹੀ ਰਿਹਾ ਸੀ। ਉਸ ਸਮੇਂ ਕਰਮ ਕੌਰ ਦੀ ਉਮਰ 52 ਕੁ ਸਾਲਾਂ ਦੀ ਰਹੀ ਹੋਵੇਗੀ। ਇੱਕ ਦਿਨ ਬਾਬਾ ਸੇਵਾ ਸਿੰਘ ਉਹਨਾਂ ਦੇ ਪਿੰਡ ਗਏ, ਗੱਡੀ ਗੁਰਦੁਆਰੇ ਦੇ ਸਾਹਮਣੇ ਰੋਕੀ ਤੇ ਗ੍ਰੰਥੀ ਸਿੰਘ ਨੂੰ ਕਿਹਾ ਕਿ ਤੁਸੀਂ ਪਿੰਡ ਦੇ ਵਿੱਚ ਅਨਾਉਂਸਮੈਂਟ ਕਰ ਦਿਓ ਕਿ ਸੇਵਾ ਤਿਆਰ ਰੱਖਣ, ਆਪਾਂ ਗੁਰਮੁਖ ਸਿੰਘ ਦੇ ਘਰ ਪ੍ਰਸ਼ਾਦਾ ਛਕ ਕੇ ਆਵਾਂਗੇ। ਗ੍ਰੰਥੀ ਸਿੰਘ ਕਹਿਣ ਲੱਗੇ ਕਿ ਬਾਬਾ ਜੀ, ਕਾਰ ਸੇਵਾ ਦੀ ਅਨਾਉਂਸਮੈਂਟ ਤਾਂ ਮੈਂ ਕਰ ਦਿੰਦਾ ਹਾਂ, ਪਰ ਜਿਹੜੇ ਘਰ ਅੱਜ ਤੁਸੀਂ ਪ੍ਰਸ਼ਾਦਾ ਛਕਣ ਜਾ ਰਹੇ ਹੋ ਉਸ ਘਰ ਚੋਂ ਤੁਹਾਨੂੰ ਪ੍ਰਸ਼ਾਦਾ ਨਹੀਂ ਮਿਲਣਾ। ਬਾਬਾ ਜੀ ਬੜੇ ਹੈਰਾਨ ਹੋਏ ਤੇ ਪੁੱਛਣ ਲੱਗੇ ਕਿ ਤੁਸੀਂ ਇੰਜ ਕਿਉਂ ਕਹਿ ਰਹੇ ਹੋ? ਤੇ ਗ੍ਰੰਥੀ ਸਿੰਘ ਨੇ ਕਿਹਾ ਕਿ ਗੁਰਮੁਖ ਸਿੰਘ, ਜਿਸ ਦੇ ਘਰ ਤੁਸੀਂ ਪ੍ਰਸ਼ਾਦਾ ਛਕਣ ਜਾ ਰਹੇ ਹੋ ਉਹਨਾਂ ਦੀ ਘਰ ਵਾਲੀ ਕਰਮ ਕੌਰ ਅੱਜ ਸਵੇਰੇ ਅੰਮ੍ਰਿਤ ਵੇਲੇ ਹੀ ਚੜ੍ਹਾਈ ਕਰ ਗਈ। ਮੈਂ ਵੀ ਉੱਥੋਂ ਹੀ ਆਇਆ ਹਾਂ, ਸਾਰਾ ਪਿੰਡ ਉੱਥੇ ਹੀ ਉਹਨਾਂ ਦੇ ਘਰ ਬੈਠਿਆ ਹੋਇਆ ਹੈ। ਬਾਬਾ ਜੀ ਬੜੇ ਹੈਰਾਨ ਹੋਏ ਤੇ ਖਾਮੋਸ਼ ਹੋ ਕੇ ਨਿਸ਼ਾਨ ਸਾਹਿਬ ਵੱਲ ਉੱਤੇ ਦੇਖਿਆ ਤੇ ਕਹਿਣ ਲੱਗੇ ਕਿ ਇੰਜ ਨਹੀਂ ਹੋ ਸਕਦਾ। ਗ੍ਰੰਥੀ ਸਿੰਘ ਨੇ ਕਿਹਾ ਕਿ ਬਾਬਾ ਜੀ ਐਵੇਂ ਹੀ ਹੋਇਆ ਹੈ, ਮੈਂ ਵੀ ਉੱਥੋਂ ਹੀ ਆ ਰਿਹਾ ਹਾਂ। ਸਵੇਰੇ ਨਿਤਨੇਮ ਤੋਂ ਬਾਅਦ ਸਾਰਾ ਪਿੰਡ ਉਹਨਾਂ ਦੇ ਘਰ ਹੀ ਬੈਠਿਆ ਹੋਇਆ ਹੈ। ਤੁਹਾਨੂੰ ਯਕੀਨ ਨਹੀਂ ਤਾਂ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ। ਬਾਬਾ ਜੀ ਨੇ ਆਪਣਾ ਲੱਠ ਚੁੱਕਿਆ ਤੇ ਗੁਰਮੁਖ ਸਿੰਘ ਦੇ ਘਰ ਪਹੁੰਚ ਗਏ। ਉੱਥੇ ਜਾ ਕੇ ਦੇਖਿਆ ਤਾਂ ਸੱਚ ਵਿੱਚ ਹੀ ਇਹ ਭਾਣਾ ਵਰਤ ਚੁੱਕਿਆ ਸੀ। ਵਿਹੜੇ ਦੇ ਵਿੱਚ ਮੰਜੀ ਦੇ ਉੱਤੇ ਕਰਮ ਕੌਰ ਦੀ ਲਾਸ਼ ਪਈ ਹੋਈ ਸੀ, ਜਿਸ ਨੂੰ ਕੱਪੜੇ ਦੇ ਨਾਲ ਢੱਕਿਆ ਹੋਇਆ ਸੀ। ਦਰੀਆਂ ਵਿਛੀਆਂ ਹੋਈਆਂ ਸੀ, ਉੱਤੋਂ ਲੋਕ ਬੈਠੇ ਹੋਏ ਸੀ। ਉਸ ਦੀਆਂ 4 ਧੀਆਂ ਉਸ ਦੇ ਕੋਲ ਹੀ ਬੈਠੀਆਂ ਹੋਈਆਂ ਸੀ ਤੇ ਬਾਕੀ ਦੀਆਂ 2 ਧੀਆਂ ਰਿਸ਼ਤੇਦਾਰਾਂ ਨੂੰ ਸੰਦੇਸ਼ ਭੇਜ ਕੇ ਬੁਲਾ ਲਿਆ ਗਿਆ ਸੀ। ਬਾਬਾ ਜੀ ਮੰਜੀ ਦੇ ਕੋਲ ਗਏ, ਕੱਪੜਾ ਚੁੱਕ ਕੇ ਕਰਮ ਕੌਰ ਦੇ ਅੰਤਿਮ ਦਰਸ਼ਨ ਕੀਤੇ ਤੇ ਕੋਲ ਬੈਠ ਗਏ। ਬਾਬਾ ਜੀ ਨੇ ਗੁਰਮੁਖ ਸਿੰਘ ਨੂੰ ਕਿਹਾ ਕਿ ਆਪਣੀਆਂ ਧੀਆਂ ਨੂੰ ਕਹਿ ਕਿ ਰੋਵੋ ਨਾ, ਸਤਨਾਮ ਵਾਹਿਗੁਰੂ ਦਾ ਜਾਪ ਕਰਨ ਤੇ ਭਾਣਾ ਮੰਨਣ। ਐਨੇ ਨੂੰ ਹੀ ਇੱਕ ਪਿੰਡ ਦੀ ਔਰਤ ਉੱਥੇ ਪਹੁੰਚ ਗਈ। ਜਿਵੇਂ ਇਹ ਇੱਕ ਰਿਵਾਜ ਬਣ ਚੁੱਕਿਆ ਹੈ ਕਿ ਫਾਰਮੈਲਿਟੀ ਕਰਨ ਵਾਸਤੇ ਥੋੜਾ ਜਿਹਾ
ਜਿਹਾ ਕੱਪੜਾ ਚੁੱਕ ਕੇ ਦਰਸ਼ਨ ਕਰਦੇ ਹਨ। ਉਂਝ ਹੀ ਉਹ ਔਰਤ ਆਈ ਤੇ ਮੂੰਹ ਦੇ ਉੱਤੋਂ ਕੱਪੜਾ ਚੁੱਕਿਆ। ਚੁੱਕਦੇ ਸਾਰ ਹੀ ਹੈਰਾਨ ਹੋ ਗਈ ਤੇ ਰੋਲਾ ਪਾਉਣ ਲੱਗੀ ਕਿ ਇਸ ਦੀਆਂ ਤਾਂ ਅੱਖਾਂ ਖੁੱਲੀਆਂ ਹਨ। ਵਿੱਚੋਂ ਪਿੰਡ ਦੇ ਲੋਕ ਕਹਿਣ ਲੱਗੇ ਕਿ ਗੁਰਮੁਖ ਸਿੰਘ ਉੱਠ ਕੇ ਅੱਖਾਂ ਬੰਦ ਕਰ ਦੇ। ਸੁਆਸ ਕਈ ਵਾਰ ਅੱਖਾਂ ਦੇ ਰਾਹੀਂ ਨਿਕਲ ਜਾਂਦੇ ਹਨ ਤੇ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਹਨ। ਧਿਆਨ ਦੇ ਵਿੱਚ ਨਹੀਂ ਰਿਹਾ ਹੋਵੇਗਾ, ਉੱਠ ਕੇ ਅੱਖਾਂ ਬੰਦ ਕਰ ਦੇ। ਗੁਰਮੁਖ ਸਿੰਘ ਉੱਠਿਆ, ਕੱਪੜਾ ਚੁੱਕਿਆ ਤੇ ਜਿਵੇਂ ਹੀ ਅੱਖਾਂ ਦੇ ਉੱਤੇ ਹੱਥ ਫੇਰਨ ਲੱਗਿਆ ਤਾਂ ਇੱਕਦਮ ਡਰ ਕੇ ਪਿੱਛੇ ਹਟ ਗਿਆ ਅਤੇ ਕਹਿਣ ਲੱਗਿਆ ਕਿ ਇਹ ਤਾਂ ਅੱਖਾਂ ਘੁੰਮ ਰਹੀਆਂ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਦੇਖਿਆ ਕਿ ਉਸਦੇ ਸਵਾਸ ਵੀ ਚੱਲ ਰਹੇ ਹਨ। ਉੱਠ ਕੇ ਬਿਠਾਇਆ ਤੇ ਬਾਬਾ ਜੀ ਕੋਲ ਆ ਕੇ ਖੜੇ ਹੋ ਗਏ ਤੇ ਪਾਣੀ ਮੰਗਵਾਇਆ। ਕਰਮ ਕੌਰ ਇੱਧਰ ਉੱਧਰ ਦੇਖ ਕੇ ਕਹਿਣ ਲੱਗੀ ਕਿ ਐਨੇ ਲੋਕ ਸਾਡੇ ਘਰ ਕਿਉਂ ਇਕੱਠੇ ਹੋਏ ਹਨ। ਬਾਬਾ ਜੀ ਕਹਿਣ ਲੱਗੇ ਕਿ ਕੁਝ ਨਹੀਂ ਹੋਇਆ, ਤੂੰ ਸਤਨਾਮ ਵਾਹਿਗੁਰੂ ਕਹਿ। ਕਰਮ ਕੌਰ ਨੇ ਬਾਬਾ ਜੀ ਦੇ ਵੱਲ ਦੇਖਿਆ ਤੇ ਹੱਥ ਜੋੜ ਕੇ ਕੁਝ ਬੋਲਣ ਹੀ ਲੱਗੀ ਸੀ। ਬਾਬਾ ਜੀ ਕਹਿਣ ਲੱਗੇ ਕਿ ਕੁਝ ਨਾ ਬੋਲ, ਹੁਣ ਸਿਰਫ ਸਤਨਾਮ ਵਾਹਿਗੁਰੂ ਦਾ ਜਾਪ ਕਰ। ਮਰੀ ਹੋਈ ਕਰਮ ਹੁਣ ਜਿਉਂਦੀ ਹੋ ਚੁੱਕੀ ਸੀ। ਲੋਕ ਹੈਰਾਨ ਸੀ। ਸਾਰਾ ਪਿੰਡ ਵੀ ਜਮਾ ਹੋਇਆ ਇਹ ਸਭ ਕੁਝ ਦੇਖ ਰਿਹਾ ਸੀ। ਬਾਬਾ ਜੀ ਨੇ ਕਿਹਾ ਕਿ ਗੁਰਮੁਖ ਸਿੰਘ, ਸਾਰੀ ਸੰਗਤ ਇੱਥੇ ਜਮਾ ਹੋਈ ਹੈ, ਤੁਸੀਂ ਲੰਗਰ ਤਿਆਰ ਕਰੋ ਤੇ ਆਪਾਂ ਕੀਰਤਨ ਕਰਦੇ ਹਾਂ। ਕੀਰਤਨ ਚੱਲਣ ਲੱਗਿਆ, ਰਿਸ਼ਤੇਦਾਰ ਆਉਂਦੇ ਰਹੇ, ਕੀਰਤਨ ਚੱਲਦਾ ਰਿਹਾ ਤੇ ਇਹ ਜਾਣ ਕੇ ਸਾਰੇ ਹੈਰਾਨ ਹੋ ਗਏ ਸੀ ਕਿ ਕਰਮ ਕੌਰ ਜਿਉਂਦੀ ਹੋ ਉੱਠੀ ਸੀ, ਜਿਸ ਸੰਸਕਾਰ ਤੇ ਉਹ ਸਾਰੇ ਆ ਰਹੇ ਸਨ। ਬਾਅਦ ਦੇ ਵਿੱਚ ਗੁਰਮੁਖ ਸਿੰਘ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਇਹ ਸਾਰਾ ਭਾਣਾ ਕੀ ਸੀ। ਬਾਬਾ ਜੀ ਕਹਿਣ ਲੱਗੇ ਕਿ ਆਪਾਂ 18 ਸਾਲਾਂ ਤੋਂ ਤੁਹਾਡੇ ਘਰ ਪ੍ਰਸ਼ਾਦਾ ਛਕ ਰਹੇ ਹਾਂ। ਅੱਜ ਤੱਕ ਤੁਸੀਂ ਕਦੇ ਵੀ ਪੁੱਤਰ ਦੀ ਅਰਦਾਸ ਵਾਸਤੇ ਨਹੀਂ ਕਿਹਾ। ਅੱਜ ਸਵੇਰੇ 2:30 ਵਜੇ ਜਦੋਂ ਆਪਾਂ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਚੱਲਣ ਲੱਗੇ ਸੀ ਤੇ ਮਨ ਦੇ ਵਿੱਚ ਇਹ ਵਿਚਾਰ ਆਇਆ ਤੇ ਆਪਾਂ ਅਰਦਾਸ ਕੀਤੀ ਕਿ ਵਾਹਿਗੁਰੂ ਗੁਰਮੁਖ ਦੇ ਘਰ ਵੀ ਸੇਵਾ ਦਾ ਦਾਨ ਬਖਸ਼ ਦਿਓ। ਤੇ ਪਿੰਡ ਆ ਕੇ ਪਤਾ ਚੱਲਿਆ ਕਿ ਕਰਮ ਕੌਰ ਤਾਂ ਨਹੀਂ ਰਹੀ ਤੇ ਫਿਰ ਪਰਮਾਤਮਾ ਅੱਗੇ ਕੀਤੀ ਗਈ ਅਰਦਾਸ ਕਿਵੇਂ ਖਾਲੀ ਜਾ ਸਕਦੀ ਸੀ। 18 ਸਾਲ ਤੇ ਤੁਸੀਂ ਪੂਰੇ ਮਨ ਦੇ ਨਾਲ ਸੇਵਾ ਕੀਤੀ ਹੈ ਤੇ ਫਿਰ ਇਹ ਅਰਦਾਸ ਕਿਵੇਂ ਖਾਲੀ ਜਾ ਸਕਦੀ ਸੀ। ਬਾਬਾ ਜੀ ਉਸ ਸਮੇਂ ਪੁੱਛਿਆ ਕਿ ਕਰਮ ਕੌਰ ਦੀ ਉਮਰ ਕਿੰਨੀ ਕੁ ਹੈ ਤਾਂ ਉਹਨਾਂ ਨੇ ਦੱਸਿਆ ਕਿ 52 ਸਾਲਾਂ ਦੀ। ਬਾਬਾ ਜੀ ਨੇ ਬਚਨ ਕੀਤੇ ਕਿ ਐਨੀ ਹੋਰ ਉਮਰ ਕਰਮ ਕੌਰ ਦੀ ਵੱਧ ਜਾਵੇਗੀ। ਕਰਮ ਕੌਰ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤੇ ਉਸ ਦਾ ਨਾਮ ਬਾਬਾ ਜੀ ਨੇ ਅੱਲਾ ਸਿੰਘ ਰੱਖਿਆ। ਕਰਮ ਕੌਰ ਨੇ ਬਾਬਾ ਜੀ ਨੂੰ ਕਿਹਾ ਕਿ ਹੁਣ ਪੁੱਤਰ ਦੀ ਦਾਤ ਤਾਂ ਮਿਲ ਗਈ ਹੈ, ਇੱਕ ਹੋਰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜਦੋਂ ਸਾਡੇ ਘਰ ਪੋਤਿਆਂ ਦੀ ਦਾਤ ਹੋਵੇਗੀ ਤੇ ਆਪਾਂ ਉਹਨਾਂ ਦੇ ਵਿੱਚੋਂ ਇੱਕ ਪੋਤਾ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਦੇਣਾ ਚਾਹਾਂਗੇ। ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਘਰ 3 ਪੋਤਿਆਂ ਨੇ ਜਨਮ ਲਿਆ, ਜਿਨ੍ਹਾਂ ਦੇ ਵਿੱਚੋਂ ਇੱਕ ਪੋਤਾ ਅੱਜ ਵੀ ਕਾਰ ਸੇਵਾ ਕੇਸਗੜ੍ਹ ਸਾਹਿਬ ਦੇ ਵਿੱਚ ਸੇਵਾ ਨਿਭਾ ਰਿਹਾ ਹੈ ਤੇ ਮਾਤਾ ਕਰਮ ਕੌਰ ਜੀ 104 ਸਾਲਾਂ ਦੇ ਹੋ ਕੇ ਪੂਰੇ ਹੋਏ ਜਦੋਂ ਉਹਨਾਂ ਦੇ ਕੇਸ ਸਫੇਦ ਹੋ ਕੇ ਦੁਬਾਰਾ ਕਾਲੇ ਹੋਣੇ ਸ਼ੁਰੂ ਹੋ ਗਏ ਸੀ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।